ਅੱਜ ਸ਼ਾਮ ਲਾਲ ਜੀ ਦੀ ਤਬੀਅਤ ਜ਼ਿਆਦਾ ਗੰਭੀਰ ਹੋ ਗਈ ਸੀ ਤਾਂ ਉਹਨਾਂ ਦੀ ਪਤਨੀ ਕੋਮਲ ਜੀ ਨੇ ਆਪਣੇ ਪੁੱਤ ਨੂੰ ਫੋਨ ਲਗਾਇਆ ਅਤੇ ਬੋਲੀ, ਪੁੱਤ ਤੂੰ ਤਾਂ ਜਾਣਦਾ ਹੈ ਆਪਣੇ ਪਿਤਾ ਜੀ ਦੀ ਹਾਲਤ ਦੇ ਬਾਰੇ ਵਿੱਚ। ਹੁਣ ਤਾਂ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਲੱਗੀ ਹੈ। ਬਿਸਤਰ ਪਰ ਪਏ ਪਏ ਤੈਨੂੰ ਯਾਦ ਕਰਦੇ ਰਹਿੰਦੇ ਹਨ ਤਾਂ ਥੋੜ੍ਹਾ ਜਿਹਾ ਸਮੇਂ ਕੱਢ ਕੇ ਆਪਣੇ ਪਿਤਾ ਜੀ ਨਾਲ ਮਿਲਣ ਆ ਜਾ। ਨੂੰਹ ਅਤੇ ਬੇਟੀ ਨੂੰ ਵੀ ਲੈਂਦੇ ਆਉਣਾ। ਤਾਂ ਦੂਸਰੀ ਤਰਫ ਤੋਂ ਆਵਾਜ਼ ਆਈ, ਮਾਂ ਮੈਨੂੰ ਹੁਣੇ ਛੁੱਟੀ ਨਹੀਂ ਮਿਲ ਪਾਵੇਗੀ, ਇਸ ਲਈ ਮੇਰਾ ਆਉਣਾ ਮੁਸ਼ਕਿਲ ਹੈ। ਕੁਝ ਦਿਨਾਂ ਵਿੱਚ ਟਾਈਮ ਕੱਢ ਕੇ ਆਊਂਗਾ। ਪੁੱਤ ਦਾ ਕੋਰਾ ਜਿਹਾ ਜਵਾਬ ਪਾ ਕੇ ਕੋਮਲ ਜੀ ਨਿਰਾਸ਼ਾ ਨਾਲ ਭਰ ਉੱਠੀ। ਉਹਨਾਂ ਦਾ ਉਦਾਸ ਚਿਹਰਾ ਦੇਖ ਕੇ ਸ਼ਾਮ ਲਾਲ ਜੀ ਦੇ ਚਿਹਰੇ ਪਰ ਵੀ ਨਿਰਾਸ਼ਾ ਦੇ ਭਾਵ ਉਫਾਨ ਮਾਰਨ ਲੱਗੇ। ਉਹਨਾਂ ਦੀ ਅੱਖਾਂ ਤੋਂ ਹੰਝੂ ਵਹਿ ਨਿਕਲੇ। 70 ਸਾਲ ਦੇ ਸ਼ਾਮ ਲਾਲ ਜੀ, ਜੋ ਕਿ ਕੈਂਸਰ ਜੈਸੀ ਗੰਭੀਰ ਬਿਮਾਰੀ ਨਾਲ ਪੀੜਿਤ ਹਨ, ਬਿਸਤਰ ਪਰ ਪਏ ਹੋਏ ਆਪਣੇ ਜੀਵਨ ਦੇ ਅੰਤਿਮ ਦਿਨਾਂ ਨੂੰ ਜਿਵੇਂ ਤਿਵੇਂ ਕੱਟ ਰਹੇ ਹਨ। ਕੋਮਲ ਜੀ ਅਤੇ ਸ਼ਾਮ ਲਾਲ ਜੀ ਆਪਣੇ ਪੁੱਤ ਅਤੇ ਨੂੰਹ ਤੋਂ ਦੂਰ ਆਪਣੇ ਪੁਸ਼ਤੈਨੀ ਮਕਾਨ ਵਿੱਚ ਰਹਿੰਦੇ ਹਨ। ਉਹਨਾਂ ਦਾ ਪੁੱਤ ਦੀਪਕ, ਜੋ ਕਿ ਸ਼ਹਿਰ ਵਿੱਚ ਨੌਕਰੀ ਕਰਦਾ ਹੈ, ਵਿਆਹ ਤੋਂ ਬਾਅਦ ਸ਼ਹਿਰ ਵਿੱਚ ਹੀ ਵੱਸ ਗਿਆ ਸੀ, ਜਿੱਥੇ ਉਹ ਆਪਣੀ ਪਤਨੀ ਸੀਮਾ ਅਤੇ 12 ਸਾਲ ਦੀ ਬੇਟੀ ਦੇ ਨਾਲ ਰਹਿੰਦਾ ਹੈ। ਪਿੰਡ ਦੇ ਮਕਾਨ ਵਿੱਚ ਕੁੱਲ 2 ਹੀ ਜਣ ਰਹਿ ਗਏ ਸੀ, ਇੱਕ ਕੋਮਲ ਜੀ ਅਤੇ ਦੂਸਰੇ ਸ਼ਾਮ ਲਾਲ ਜੀ। ਸ਼ਾਮ ਲਾਲ ਜੀ ਦੇ ਪਿੰਡ ਵਿੱਚ ਹੀ ਖੇਤੀ ਸੀ, ਜਿਸ ਦੇ ਬਲ ਪਰ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆਏ ਸੀ ਅਤੇ ਆਪਣੇ ਇਕਲੌਤੇ ਪੁੱਤ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ ਸੀ ਕਿ ਉਹ ਅੱਜ ਸਿਰ ਚੁੱਕ ਕੇ ਜੀ ਸਕੇ। ਆਪਣੇ ਪਰਿਵਾਰ ਨੂੰ ਇੱਕ ਬਿਹਤਰੀਨ ਜ਼ਿੰਦਗੀ ਦੇਣੇ ਦੇ ਲਈ ਆਪਣੀ ਸਾਰੀ ਉਮਰ ਮਿਹਨਤ ਕਰਨ ਵਿੱਚ ਲਗਾ ਦਿੱਤੀ, ਪਰ ਉਮਰ ਦੇ ਨਾਲ ਨਾਲ ਉਹਨਾਂ ਦੇ ਸਰੀਰ ਦੀ ਤਾਕਤ ਘੱਟ ਹੋਣ ਲੱਗੀ, ਜਿਸ ਦੇ ਕਾਰਨ ਉਹ ਆਪਣੇ ਖੇਤਾਂ ਵਿੱਚ ਕੰਮ ਕਰਨੇ ਤੋਂ ਲਾਚਾਰ ਹੋ ਗਏ ਸੀ ਅਤੇ ਆਪਣੀ ਜ਼ਮੀਨ ਨੂੰ ਠੇਕੇ ਪਰ ਦੇ ਦਿੱਤਾ ਸੀ। ਪਰੰਤੂ ਸਮੇਂ ਦੇ ਨਾਲ ਨਾਲ ਉਹਨਾਂ ਦੀ ਹਾਲਤ ਜ਼ਿਆਦਾ ਵਿਗੜਦੀ ਗਈ ਤਾਂ ਪਤਾ ਚੱਲਿਆ ਕਿ ਉਹ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੀ। ਉਹਨਾਂ ਦੀ ਬਿਮਾਰੀ ਦੇ ਇਲਾਜ ਵਿੱਚ ਉਹਨਾਂ ਦੀ ਸਾਰੀ ਬੱਚਤ ਖਤਮ ਹੋ ਗਈ ਸੀ, ਇੱਥੇ ਤੱਕ ਕਿ ਉਹਨਾਂ ਦੇ ਖੇਤ ਵੀ ਵਿਕ ਗਏ ਸੀ। ਲੈ ਦੇ ਕੇ ਉਹਨਾਂ ਦਾ ਪੁਸ਼ਤੈਨੀ ਮਕਾਨ ਹੀ ਹੁਣ ਉਹਨਾਂ ਦੇ ਕੋਲ ਬਚਿਆ ਸੀ। ਜ਼ਮੀਨ ਦੇ ਠੇਕੇ ਤੋਂ ਆਉਣੇ ਵਾਲੀ ਰਕਮ ਹਾਸਿਲ ਕਰਨੇ ਦੇ ਲਈ ਘੱਟ ਤੋਂ ਘੱਟ ਸਾਲ ਵਿੱਚ 2 ਵਾਰ ਤਾਂ ਉਹਨਾਂ ਦਾ ਪੁੱਤ ਆ ਜਾਇਆ ਕਰਦਾ ਸੀ, ਪਰੰਤੂ ਜਦ ਤੋਂ ਉਹਨਾਂ ਦੀ ਜ਼ਮੀਨ ਵਿਕੀ, ਉਦੋਂ ਤੋਂ ਉਸਨੇ ਆਪਣੇ ਮਾਤਾ ਪਿਤਾ ਦੇ ਕੋਲ ਆਉਣਾ ਤਾਂ ਦੂਰ, ਉਹਨਾਂ ਨੂੰ ਫੋਨ ਕਰਨਾ ਤੱਕ ਛੱਡ ਦਿੱਤਾ ਸੀ। ਹਾਲਾਂਕਿ ਉਹਨਾਂ ਦੀ ਨੂੰਹ ਦੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਹਮਦਰਦੀ ਸੀ ਅਤੇ ਕਦੀ ਕਵਾਰ ਉਹਨਾਂ ਦਾ ਹਾਲ ਚਾਲ ਜਾਣਨੇ ਦੇ ਲਈ ਫੋਨ ਕਰ ਦਿਆ ਕਰਦੀ ਸੀ। ਅਕਸਰ ਕੋਮਲ ਜੀ ਆਪਣੇ ਪੁੱਤ ਨੂੰ ਫੋਨ ਲਗਾ ਕੇ ਉਸ ਨੂੰ ਆਉਣੇ ਨੂੰ ਕਹਿੰਦੀ, ਪਰੰਤੂ ਹਮੇਸ਼ਾ ਉਸਦਾ ਇੱਕ ਹੀ ਜਵਾਬ ਹੁੰਦਾ ਕਿ ਮੈਂ ਹੁਣੇ ਵਿਅਸਤ ਹਾਂ। ਅੱਜ ਜਦ ਸ਼ਾਮ ਹੋਈ ਤਾਂ ਅਚਾਨਕ ਸ਼ਾਮ ਲਾਲ ਜੀ ਨੇ ਕਿਹਾ, ਕੋਮਲ ਮੇਰਾ ਜੀ ਬਹੁਤ ਮਚਲ ਰਿਹਾ ਹੈ। ਕੋਮਲ ਜੀ ਤੁਰੰਤ ਉਹਨਾਂ ਦੇ ਲਈ ਰਸੋਈ ਵਿੱਚ ਤੋਂ ਨਿੰਬੂ ਪਾਣੀ ਬਣਾ ਕੇ ਲੈ ਕੇ ਆਈ, ਪਰ ਆ ਕੇ ਦੇਖਿਆ ਤਾਂ ਸ਼ਾਮ ਲਾਲ ਜੀ ਬੇਸੁੱਧ ਹਾਲਤ ਵਿੱਚ ਪਏ ਸੀ। ਉਹਨਾਂ ਦੀ ਅੱਖਾਂ ਪਥਰਾ ਗਈ ਸੀ ਅਤੇ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਸੀ। ਕੋਮਲ ਜੀ ਨੂੰ ਸਮਝਦੇ ਦੇਰ ਨਾ ਲੱਗੀ ਕਿ ਉਹਨਾਂ ਦੇ ਪਤੀ ਸ਼ਾਮ ਲਾਲ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਕੇ ਜਾ ਚੁੱਕੇ ਸੀ। ਕੋਮਲ ਜੀ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ। ਆਖਿਰ ਸ਼ਾਮ ਲਾਲ ਜੀ ਦੇ ਇਲਾਵਾ ਉਹਨਾਂ ਦਾ ਆਪਣਾ ਸੀ ਹੀ ਕੌਣ। ਪੁੱਤ ਨੂੰ ਤਾਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੱਕ ਵਿੱਚ ਆਉਣੇ ਦਾ ਵੀ ਸਮੇਂ ਨਹੀਂ ਸੀ। ਸ਼ਾਮ ਤੱਕ ਇੰਤਜ਼ਾਰ ਕਰਦੇ ਕਰਦੇ ਜਦ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਥੱਕ ਗਏ ਤਾਂ
ਸ਼ਾਮ ਲਾਲ ਜੀ ਨੂੰ ਅੰਤਿਮ ਸੰਸਕਾਰ ਦੇ ਲਈ ਸ਼ਮਸ਼ਾਨ ਲੈ ਕੇ ਜਾਇਆ ਗਿਆ। ਉੱਥੇ ਹੀ ਉਹਨਾਂ ਦਾ ਪੁੱਤ ਦੀਪਕ ਵੀ ਕਾਹਲੀ ਵਿੱਚ ਉੱਥੇ ਪਹੁੰਚਿਆ ਅਤੇ ਆਪਣੇ ਪਿਤਾ ਦੇ ਮ੍ਰਿਤ ਸਰੀਰ ਨੂੰ ਮੁੱਖ ਅਗਨੀ ਦਿੱਤੀ। ਹੁਣੇ 2 ਹੀ ਦਿਨ ਬੀਤੇ ਸੀ ਕਿ ਦੀਪਕ ਆਪਣੀ ਮਾਂ ਦੇ ਕੋਲ ਆ ਕੇ ਬੋਲਿਆ ਕਿ ਮੇਰੇ ਦਫ਼ਤਰ ਵਿੱਚ ਬਹੁਤ ਜ਼ਰੂਰੀ ਕੰਮ ਹੈ। ਉਸ ਦਿਨ ਵੀ ਮੈਂ ਬੜੀ ਮੁਸ਼ਕਿਲ ਨਾਲ ਛੁੱਟੀ ਲੈ ਕੇ ਆਇਆ ਸੀ। ਜੋ ਹੋਣਾ ਸੀ ਸੋ ਹੋ ਗਿਆ। ਉਸ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ, ਪਰ ਮੇਰਾ ਕੰਮ ਬਹੁਤ ਜ਼ਰੂਰੀ ਹੈ। ਕੋਮਲ ਜੀ ਗੁੰਮਸੁੰਮ ਜਿਹੀ ਬੈਠੀ ਹੋਈ ਸੀ। ਉਹਨਾਂ ਨੇ ਨਾ ਤਾਂ ਆਪਣੇ ਪੁੱਤ ਨੂੰ ਜਾਣੇ ਦੇ ਲਈ ਕਿਹਾ ਅਤੇ ਨਾ ਹੀ ਉਸ ਨੂੰ ਰੁਕਣੇ ਦੇ ਲਈ ਕਿਹਾ, ਪਰੰਤੂ ਪਿੰਡ ਵਾਲੇ ਅਤੇ ਰਿਸ਼ਤੇਦਾਰ ਜੋ ਉੱਥੇ ਇਕੱਠੇ ਹੋਏ ਸੀ, ਉਹਨਾਂ ਨੂੰ ਉਸਦੀ ਗੱਲਾਂ ਸੁਣ ਕੇ ਬੜੀ ਹੈਰਾਨੀ ਹੋਈ ਅਤੇ ਉਹਨਾਂ ਦੇ ਜ਼ੋਰ ਦੇਣੇ ਪਰ ਦੀਪਕ ਨੂੰ ਉੱਥੇ ਰੁਕਣਾ ਪਿਆ। ਆਪਣੇ ਪਿਤਾ ਦੀ 13ਵੀਂ ਕਰਨੇ ਦੇ ਬਾਅਦ ਜਦ ਉਹ ਉੱਥੇ ਤੋਂ ਵਾਪਿਸ ਸ਼ਹਿਰ ਦੇ ਲਈ ਨਿਕਲਣ ਲੱਗਾ, ਜਦ ਹੀ ਉਸ ਨੂੰ ਪਿੰਡ ਦੇ ਸਰਪੰਚ ਨੇ ਰੋਕ ਕੇ ਕਿਹਾ, ਬੇਟਾ ਤੇਰੀ ਬੁੱਢੀ ਮਾਂ ਦਾ ਸਿਰਫ ਤੂੰ ਹੀ ਇੱਕ ਸਹਾਰਾ ਹੈ। ਤੁਸੀਂ ਲੋਕਾਂ ਦੇ ਇਲਾਵਾ ਹੁਣ ਉਸਦਾ ਕੋਈ ਵੀ ਨਹੀਂ ਹੈ। ਤੂੰ ਵੀ ਉਸ ਨੂੰ ਇਸ ਹਾਲਤ ਵਿੱਚ ਇੱਥੇ ਛੱਡ ਕੇ ਚਲਾ ਜਾਵੇਂਗਾ ਤਾਂ ਉਹਨਾਂ ਨੂੰ ਕੌਣ ਸੰਭਾਲੇਗਾ। ਇਹੋ ਜਿਹਾ ਕਰ, ਤੂੰ ਆਪਣੀ ਮਾਂ ਨੂੰ ਵੀ ਆਪਣੇ ਨਾਲ ਲੈ ਜਾ। ਤੁਸੀਂ ਲੋਕਾਂ ਦੇ ਨਾਲ ਰਹੇਗੀ ਤਾਂ ਘੱਟ ਤੋਂ ਘੱਟ ਉਹਨਾਂ ਦਾ ਸਮੇਂ ਤਾਂ ਕੱਟ ਜਾਵੇਗਾ। ਇੱਥੇ ਇਕੱਲੇ ਤਾਂ ਘਰ ਵੀ ਉਹਨਾਂ ਨੂੰ ਕੱਟਣੇ ਨੂੰ ਦੌੜੇਗਾ। ਪਿੰਡ ਦੇ ਸਰਪੰਚ ਦੀ ਗੱਲ ਕੋਮਲ ਜੀ ਦੀ ਨੂੰਹ ਸੀਮਾ ਨੂੰ ਵੀ ਚੰਗੀ ਲੱਗੀ, ਪਰੰਤੂ ਉਹ ਆਪਣੇ ਪਤੀ ਦੇ ਸੁਭਾਅ ਨੂੰ ਜਾਣਦੀ ਸੀ, ਜਿਸ ਕਾਰਨ ਕੁਝ ਕਹਿ ਨਹੀਂ ਪਾਉਂਦੀ ਸੀ। ਸਰਪੰਚ ਦੀ ਗੱਲ ਸੁਣ ਕੇ ਦੀਪਕ ਬੋਲਿਆ, ਪਰ ਪਿੰਡ ਦੀ ਆਬੋ ਹਵਾ ਮਾਂ ਦੇ ਲਈ ਜ਼ਿਆਦਾ ਚੰਗੀ ਹੈ। ਫਿਰ ਸ਼ਹਿਰ ਵਿੱਚ ਮੇਰਾ ਘਰ ਇੰਨਾ ਬੜਾ ਨਹੀਂ ਹੈ ਕਿ ਮੈਂ ਮਾਂ ਨੂੰ ਵੀ ਆਪਣੇ ਨਾਲ ਰੱਖ ਪਾਵਾਂ। ਜਦੀ ਸਰਪੰਚ ਬੋਲਿਆ, ਬੇਟਾ ਤੂੰ ਸ਼ਾਇਦ ਨਹੀਂ ਜਾਣਦਾ ਕਿ ਤੇਰੀ ਮਾਂ ਨੇ ਆਪਣੇ ਜੀਵਨ ਵਿੱਚ ਕਿਆ ਖੋ ਦਿੱਤਾ ਹੈ। ਤੇਰੇ ਪਿਤਾ ਜੀ ਇਸ ਉਮਰ ਵਿੱਚ ਵੀ ਤੇਰੀ ਮਾਂ ਦਾ ਪੂਰਾ ਖਿਆਲ ਰੱਖਦੇ ਸੀ। ਹੁਣ ਜਦ ਇਸ ਉਮਰ ਵਿੱਚ ਉਹਨਾਂ ਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਤੂੰ ਆਪਣੀ ਮਾਂ ਨੂੰ ਨਾਲ ਨਹੀਂ ਲੈ ਜਾਣਾ ਚਾਹੁੰਦਾ। ਠੀਕ ਹੈ, ਜੇਕਰ ਤੈਨੂੰ ਆਪਣੀ ਮਾਂ ਨੂੰ ਆਪਣੇ ਨਾਲ ਰੱਖਣੇ ਤੋਂ ਇਤਰਾਜ਼ ਹੈ ਤਾਂ ਇੱਥੇ ਗ੍ਰਾਮ ਪੰਚਾਇਤ ਉਹਨਾਂ ਦੀ ਸੰਭਾਲ ਕਰ ਲਏਗੀ, ਪਰ ਫਿਰ ਇਸ ਦੇ ਬਾਅਦ ਮੈਂ ਤੈਨੂੰ ਤੇਰੇ ਪਿਤਾ ਦੇ ਪੁਸ਼ਤੈਨੀ ਮਕਾਨ ਨੂੰ ਛੂਹਣ ਤੱਕ ਨਹੀਂ ਦੇਵਾਂਗਾ। ਸਰਪੰਚ ਦੀ ਗੱਲ ਸੁਣ ਕੇ ਦੀਪਕ ਘਬਰਾ ਗਿਆ ਅਤੇ ਆਪਣੀ ਮਾਂ ਨੂੰ ਆਪਣੇ ਨਾਲ ਲੈ ਜਾਣੇ ਦੇ ਲਈ ਰਾਜੀ ਹੋ ਗਿਆ। ਕੋਮਲ ਜੀ ਇੱਕ ਬਹੁਤ ਬੜੀ ਮਾਨਸਿਕ ਪੀੜਾ ਤੋਂ ਗੁਜ਼ਰ ਰਹੀ ਸੀ, ਇਸ ਲਈ ਉਹਨਾਂ ਦੀ ਨੂੰਹ ਉਹਨਾਂ ਦੀ ਸੰਭਾਲ ਕਰਨਾ ਚਾਹੁੰਦੀ ਸੀ, ਪਰ ਉਹਨਾਂ ਦੇ ਪੁੱਤ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਸਿਰਫ ਸਰਪੰਚ ਦੁਆਰਾ ਜ਼ੋਰ ਦਿੱਤੇ ਜਾਣੇ ਪਰ ਆਪਣੀ ਮਾਂ ਨੂੰ ਆਪਣੇ ਨਾਲ ਲੈ ਜਾਣੇ ਦੇ ਲਈ ਰਾਜੀ ਹੋ ਗਿਆ ਸੀ। ਦੀਪਕ ਪਹਿਲੇ ਦਰਜੇ ਦਾ ਮਤਲਬੀ ਅਤੇ ਲਾਲਚੀ ਵਿਅਕਤੀ ਸੀ, ਜੋ ਰਿਸ਼ਤਿਆਂ ਵਿੱਚ ਵੀ ਆਪਣਾ ਮਤਲਬ ਅਤੇ ਸਵਾਰਥ ਲੱਭਿਆ ਕਰਦਾ ਸੀ। ਉਸਦੀ ਇਹੀ ਗੱਲ ਉਸਦੀ ਪਤਨੀ ਸੀਮਾ ਨੂੰ ਬਿਲਕੁਲ ਪਸੰਦ ਨਹੀਂ ਸੀ। ਉਹ ਜਿਵੇਂ ਤਿਵੇਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਲੈ ਆਇਆ, ਪਰ ਕੁਝ ਹੀ ਦਿਨਾਂ ਵਿੱਚ ਉਸਦੀ ਮਾਂ ਉਸਦੀ ਅੱਖਾਂ ਵਿੱਚ ਕੰਡੇ ਦੀ ਤਰ੍ਹਾਂ ਖਟਕਣ ਲੱਗੀ ਸੀ, ਜਦਕਿ ਉਸਦੀ ਪਤਨੀ ਉਸਦੇ ਬਿਲਕੁਲ ਉਲਟ ਸੀ। ਉਹ ਇੱਕ ਔਰਤ ਦੇ ਦੁੱਖ ਨੂੰ ਭਲੀ ਭਾਂਤੀ ਸਮਝਦੀ ਸੀ, ਕਿਉਂਕਿ ਉਹ ਖੁਦ ਵੀ ਇੱਕ ਔਰਤ ਸੀ। ਤਾਂ ਉਹ ਜਾਣਦੀ ਸੀ ਕਿ ਜੇਕਰ ਕਿਸੇ ਔਰਤ ਦਾ ਸਹਾਰਾ ਉਸਦਾ ਸੁਹਾਗ ਉੱਜੜ ਜਾਵੇ ਤਾਂ ਉਸ ਪਰ ਕਿਆ ਬੀਤੇਗੀ, ਅਤੇ ਉਹ ਵੀ ਐਸੀ ਹਾਲਤ ਵਿੱਚ ਜਦ ਉਹ ਇਨਸਾਨ ਉਸਦਾ ਇਕਲੌਤਾ ਸਹਾਰਾ ਹੋ। ਪਰੰਤੂ ਉਹ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਉਸਦਾ ਪਤੀ ਕਿੰਨਾ ਲਾਲਚੀ ਵਿਅਕਤੀ ਹੈ ਅਤੇ ਪੈਸਿਆਂ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਇਸ ਲਈ ਉਹ ਚੁੱਪ ਰਹਿਣੇ ਪਰ ਮਜਬੂਰ ਸੀ। ਕੋਮਲ ਜੀ ਨੂੰ ਪੁੱਤ ਦੇ ਕੋਲ ਆਏ ਹੋਏ ਪੂਰਾ 1 ਮਹੀਨਾ ਹੋ ਚੁੱਕਾ ਸੀ ਅਤੇ ਜਦ ਦੀਪਕ ਨੇ ਪੂਰੇ ਮਹੀਨੇ ਦੇ ਖਰਚੇ ਦਾ
ਹਿਸਾਬ ਲਗਾਇਆ ਤਾਂ ਉਸਦੇ ਹੋਸ਼ ਉੱਡ ਗਏ। ਬਿਜਲੀ ਦੇ ਬਿੱਲ ਨੂੰ ਲੈ ਕੇ ਚੀਕਦਾ ਹੋਇਆ ਆਇਆ ਅਤੇ ਬੋਲਿਆ, ਸੀਮਾ ਆਖਿਰ ਤੂੰ ਕਰਦੀ ਕਿਆ ਹੈ ਪੂਰਾ ਦਿਨ ਘਰ ਵਿੱਚ? ਜੇਕਰ ਇੱਕ ਏਸੀ ਲਗਵਾਇਆ ਹੈ ਤਾਂ ਕਿਆ ਸਾਰਾ ਦਿਨ ਉਸ ਦੀ ਹਵਾ ਹੀ ਖਾਂਦੀ ਰਹਿੰਦੀ ਹੋ ਜੋ ਇੰਨਾ ਬਿੱਲ ਆ ਗਿਆ ਹੈ? ਅਤੇ ਰਾਸ਼ਨ ਪਰ ਵੀ ਕਿੰਨਾ ਖਰਚ ਹੋਣ ਲੱਗਾ ਹੈ। ਪੂਰੇ 1500 ਰੁਪਏ ਜ਼ਿਆਦਾ ਖਰਚ ਹੋਏ ਹਨ ਇਸ ਵਾਰ। ਜਦੀ ਸੀਮਾ ਬੋਲੀ, ਇੰਨੀ ਜ਼ੋਰ ਨਾਲ ਕਿਉਂ ਚੀਕ ਰਹੇ ਹੋ? ਮਾਂ ਜੀ ਪਿੰਡ ਤੋਂ ਆਈ ਹਨ ਤਾਂ ਐਸੇ ਵਿੱਚ ਜੇਕਰ 1500 ਰੁਪਏ ਦਾ ਖਰਚਾ ਵੱਧ ਵੀ ਗਿਆ ਤਾਂ ਕਿਹੜਾ ਆਸਮਾਨ ਟੁੱਟ ਪਿਆ। ਇੰਨੀ ਕੰਜੂਸੀ ਚੰਗੀ ਗੱਲ ਤਾਂ ਨਹੀਂ। ਅਤੇ ਫਿਰ ਇਸ ਵਿੱਚ ਤੋਂ 1000 ਰੁਪਏ ਤਾਂ ਪਿੰਡ ਜਾਣੇ ਅਤੇ ਆਉਣੇ ਦੇ ਕਿਰਾਏ ਵਿੱਚ ਖਰਚ ਹੋਏ ਸੀ। ਸੁਣੋ ਜੀ, ਉਹ ਤੁਹਾਡੀ ਮਾਂ ਹੈ ਅਤੇ ਹੁਣ ਉਹ ਸਾਡੇ ਨਾਲ ਹੈ ਤਾਂ ਸਾਨੂੰ ਉਹਨਾਂ ਦੀ ਜ਼ਰੂਰਤ ਦਾ ਧਿਆਨ ਰੱਖਣਾ ਚਾਹੀਦਾ। ਅਤੇ ਤੁਸੀਂ ਹੋ ਕਿ ਆਪਣੇ ਥੋੜ੍ਹੇ ਜਿਹੇ ਖਰਚੇ ਪਰ ਚੀਕਣ ਲੱਗੇ। ਕੋਮਲ ਜੀ ਇਹ ਸਾਰੀ ਗੱਲਾਂ ਸੁਣ ਰਹੀ ਸੀ। ਉਹਨਾਂ ਦੀ ਮਾਨਸਿਕ ਸਥਿਤੀ ਤਾਂ ਪਹਿਲਾਂ ਹੀ ਖਰਾਬ ਹੋ ਚੁੱਕੀ ਸੀ ਅਤੇ ਉੱਪਰ ਤੋਂ ਉਹਨਾਂ ਦੇ ਪੁੱਤ ਦੀ ਐਸੀ ਗੱਲਾਂ ਉਹਨਾਂ ਦੀ ਸਿਹਤ ਪਰ ਹੋਰ ਵੀ ਬੁਰਾ ਅਸਰ ਕਰਦੀ ਜਾ ਰਹੀ ਸੀ। ਵਾਧੇ ਖਰਚਿਆਂ ਨੂੰ ਲੈ ਕੇ ਸੀਮਾ ਨਾਲ ਝਗੜਾ ਕਰਨਾ ਦੀਪਕ ਦਾ ਰੋਜ਼ ਦਾ ਕੰਮ ਸੀ, ਜਿਸ ਦਾ ਪਰਿਣਾਮ ਇਹ ਹੋਇਆ ਕਿ ਕੋਮਲ ਜੀ ਦੀ ਤਬੀਅਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ। ਇਵੇਂ ਤਾਂ ਸੀਮਾ ਆਪਣੀ ਸੱਸ ਦਾ ਪੂਰਾ ਧਿਆਨ ਰੱਖ ਰਹੀ ਸੀ, ਪਰੰਤੂ ਦੀਪਕ ਨੂੰ ਸਿਰਫ ਅਤੇ ਸਿਰਫ ਆਪਣੇ ਪੈਸਿਆਂ ਦੀ ਪਈ ਸੀ। ਆਪਣੀ ਸੱਸ ਦੀ ਵਿਗੜਦੀ ਤਬੀਅਤ ਨੂੰ ਦੇਖਦੇ ਹੋਏ ਇੱਕ ਦਿਨ ਸੀਮਾ ਨੇ ਆਪਣੇ ਪਤੀ ਦੀਪਕ ਨੂੰ ਕਿਹਾ ਕਿ ਮਾਂ ਜੀ ਨੂੰ ਡਾਕਟਰ ਦੇ ਕੋਲ ਦਿਖਾ ਲਿਆਓ। ਮਨ ਮਸੋਸ ਕੇ ਦੀਪਕ ਆਪਣੀ ਮਾਂ ਨੂੰ ਡਾਕਟਰ ਦੇ ਕੋਲ ਲੈ ਗਿਆ ਅਤੇ ਜਦ ਦਵਾਈ ਦਿਲਾ ਕੇ ਘਰ ਪਹੁੰਚਿਆ ਤਾਂ ਦਵਾਈਆਂ ਨੂੰ ਮੇਜ਼ ਪਰ ਪਟਕਦੇ ਹੋਏ ਗੁੱਸੇ ਵਿੱਚ ਚੀਕਣ ਲੱਗਾ, ਸੀਮਾ ਕਿੱਥੇ ਹੈ ਤੂੰ? ਬਸ ਹੁਣ ਬਹੁਤ ਹੋ ਗਿਆ। ਮੈਂ ਇਸ ਤੋਂ ਜ਼ਿਆਦਾ ਮਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਇਹਨਾਂ ਨੂੰ ਝੇਲਣਾ ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਮੈਂ ਇਹਨਾਂ ਨੂੰ ਛੱਡਣ ਜਾ ਰਿਹਾ ਹਾਂ। ਇੰਨਾ ਕਹਿਣੇ ਦੀ ਦੇਰ ਸੀ ਕਿ ਸੀਮਾ ਆਪਣੇ ਕਮਰੇ ਤੋਂ ਦੌੜੀ ਬਾਹਰ ਆਈ ਅਤੇ ਬੋਲੀ, ਛੱਡ ਕੇ ਆ ਰਹੇ ਹੋ? ਕਿਆ ਮਤਲਬ? ਕਿੱਥੇ ਛੱਡ ਕੇ ਆਓਗੇ ਅਤੇ ਕਿਸ ਦੇ ਕੋਲ? ਸੀਮਾ ਮੈਨੂੰ ਉਹ ਸਭ ਨਹੀਂ ਪਤਾ। ਬਸ ਮੈਂ ਇੰਨਾ ਜਾਣਦਾ ਹਾਂ ਕਿ ਹੁਣ ਮੈਨੂੰ ਹੋਰ ਬਰਦਾਸ਼ਤ ਨਹੀਂ ਹੋ ਸਕਦਾ। ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਕਿਆ ਤੈਨੂੰ ਪਤਾ ਵੀ ਹੈ ਕਿ ਮਾਂ ਦੀ ਦਵਾਈਆਂ ਕਿੰਨੀ ਮਹਿੰਗੀ ਆਈ ਹਨ? ਇੰਨੇ ਵਿੱਚ ਤਾਂ ਸਾਡਾ ਪੂਰੇ ਮਹੀਨੇ ਦਾ ਖਰਚਾ ਨਿਕਲ ਆਵੇ। ਇਵੇਂ ਹੀ ਖਰਚ ਕਰਦਾ ਰਿਹਾ ਤਾਂ ਮੈਂ ਤਾਂ ਸੜਕ ਪਰ ਆ ਜਾਊਂਗਾ। ਇਸ ਤੋਂ ਚੰਗਾ ਹੈ ਕਿ ਮਾਂ ਨੂੰ ਹੀ ਕਿਤੇ ਛੱਡ ਆਉਂਦਾ ਹਾਂ। ਇਸ ਪਰ ਸੀਮਾ ਨੇ ਕਿਹਾ, ਇਹ ਕੈਸੀ ਗੱਲਾਂ ਕਰ ਰਹੇ ਹੋ ਤੁਸੀਂ? ਉਹ ਤੁਹਾਡੀ ਮਾਂ ਹੈ ਅਤੇ ਤੁਸੀਂ ਉਹਨਾਂ ਨੂੰ ਸੜਕ ਪਰ ਛੱਡਣਾ ਚਾਹੁੰਦੇ ਹੋ? ਇਹੋ ਜਿਹਾ ਸੋਚ ਵੀ ਕਿਵੇਂ ਸਕਦੇ ਹੋ ਤੁਸੀਂ? ਅਤੇ ਮੈਂ ਇਹੋ ਜਿਹਾ ਬਿਲਕੁਲ ਨਹੀਂ ਹੋਣ ਦਊਂਗੀ, ਸਮਝੇ ਤੁਸੀਂ? ਆਪਣੀ ਪਤਨੀ ਦੀ ਉੱਚੀ ਆਵਾਜ਼ ਸੁਣ ਕੇ ਦੀਪਕ ਹੈਰਾਨ ਖੜਾ ਰਹਿ ਗਿਆ, ਕਿਉਂਕਿ ਇਹ ਪਹਿਲੀ ਵਾਰ ਸੀ ਜਦ ਉਸਦੀ ਪਤਨੀ ਨੇ ਉਸ ਨਾਲ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ। ਪਰੰਤੂ ਉਸਦੇ ਤੁਰੰਤ ਬਾਅਦ ਹੀ ਸੀਮਾ ਨੇ ਗੱਲ ਨੂੰ ਸੰਭਾਲਦੇ ਹੋਏ ਪਿਆਰ ਨਾਲ ਆਪਣੇ ਪਤੀ ਨੂੰ ਕਿਹਾ, ਦੇਖੋ ਮੈਂ ਜਾਣਦੀ ਹਾਂ ਕਿ ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ ਹੈ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਈਏ। ਉਹ ਤੁਹਾਡੀ ਮਾਂ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ, ਕਿਸੇ ਹੋਰ ਦੀ ਨਹੀਂ। ਪਰੰਤੂ ਸੀਮਾ ਦੀ ਕਹੀ ਗਈ ਗੱਲ ਦਾ ਉਸਦੇ ਪਤੀ ਦੀਪਕ ਪਰ ਬਿਲਕੁਲ ਵੀ ਅਸਰ ਨਹੀਂ ਪਿਆ। ਉਹ ਹੁਣੇ ਆਪਣੀ ਮਾਂ ਨੂੰ ਖੁਦ ਤੋਂ ਦੂਰ ਕਰਨਾ ਚਾਹੁੰਦਾ ਸੀ, ਪਰੰਤੂ ਉਸਨੂੰ ਕੋਈ ਤਰਕੀਬ ਨਹੀਂ ਸੁੱਝ ਰਹੀ ਸੀ ਕਿ ਉਹ ਆਖਿਰ ਇਹੋ ਜਿਹਾ ਕਿਆ ਕਰੇ ਜਿਸ ਨਾਲ ਉਸਦੀ ਮਾਂ ਉਸ ਤੋਂ ਦੂਰ ਹੋ ਜਾਵੇ।
ਕਿਉਂਕਿ ਉਹ ਇੰਨਾ ਤਾਂ ਸਮਝ ਹੀ ਚੁੱਕਾ ਸੀ ਕਿ ਸੀਮਾ ਦੇ ਹੁੰਦੇ ਹੋਏ ਇਹੋ ਜਿਹਾ ਕਰਨਾ ਕੋਈ ਆਸਾਨ ਕੰਮ ਤਾਂ ਨਹੀਂ ਹੈ। ਹੁਣ ਉਹ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗਾ। ਇੱਕ ਵਾਰ ਜਦ ਉਹ ਆਪਣੀ ਮਾਂ ਨੂੰ ਦਵਾਈ ਦਿਲਾਉਣੇ ਦੇ ਲਈ ਹਸਪਤਾਲ ਲੈ ਕੇ ਗਿਆ ਤਾਂ ਉੱਥੇ ਉਸਨੇ ਇੱਕ ਵਿਅਕਤੀ ਦੇਖਿਆ ਜੋ ਬਹੁਤ ਜ਼ਿਆਦਾ ਪਰੇਸ਼ਾਨ ਸੀ। ਦਰਅਸਲ ਉਸਦੀ ਮਾਂ ਦੀ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀ ਸੀ, ਜਿਸ ਕਾਰਨ ਉਹਨਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰਵਾਉਣੇ ਦੇ ਲਈ ਇੱਕ ਡੋਨਰ ਦੀ ਜ਼ਰੂਰਤ ਸੀ। ਪਰੰਤੂ ਉਹਨਾਂ ਨੂੰ ਇੱਕ ਪਰਫੈਕਟ ਡੋਨਰ ਨਹੀਂ ਮਿਲ ਪਾ ਰਿਹਾ ਸੀ ਅਤੇ ਉਹਨਾਂ ਦੇ ਕੋਲ ਕੁਝ ਹੀ ਦਿਨਾਂ ਦਾ ਸਮੇਂ ਸੀ। ਦੀਪਕ ਇਹ ਦੇਖ ਕੇ ਹੈਰਾਨ ਸੀ ਕਿ ਉਹ ਆਦਮੀ ਆਪਣੀ ਮਾਂ ਦੇ ਲਈ ਲੱਖਾਂ ਰੁਪਏ ਦੇਣੇ ਨੂੰ ਵੀ ਤਿਆਰ ਸੀ ਤਾਂ ਕਿ ਕੋਈ ਉਸਦੀ ਮਾਂ ਨੂੰ ਕਿਡਨੀ ਦੇਣੇ ਦੇ ਲਈ ਤਿਆਰ ਹੋ। ਪਰ ਕਿਹਾ ਜਾਂਦਾ ਹੈ ਨਾ, ਵਿਨਾਸ਼ ਕਾਲੇ ਉਲਟ ਬੁੱਧੀ। ਜਿਵੇਂ ਹੀ ਇਹ ਗੱਲ ਦੀਪਕ ਨੂੰ ਪਤਾ ਚੱਲੀ ਤਾਂ ਉਸਦੇ ਖੁਰਾਫਾਤੀ ਦਿਮਾਗ ਵਿੱਚ ਇੱਕ ਬਹੁਤ ਹੀ ਘਟੀਆ ਤਰਕੀਬ ਆ ਗਈ। ਉਸਨੇ ਜਾ ਕੇ ਡਾਕਟਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਸਦੇ ਕੋਲ ਇੱਕ ਡੋਨਰ ਹੈ। ਉਸਨੇ ਡਾਕਟਰ ਨਾਲ ਆਪਣੀ ਮਾਂ ਦੇ ਬਾਰੇ ਵਿੱਚ ਗੱਲ ਕੀਤੀ, ਪਰੰਤੂ ਡਾਕਟਰ ਨੇ ਕਿਹਾ ਇਸ ਉਮਰ ਵਿੱਚ ਮਾਂ ਜੀ ਦੀ ਕਿਡਨੀ ਕੱਢਣੇ ਨਾਲ ਉਹਨਾਂ ਦੀ ਸਿਹਤ ਪਰ ਬਹੁਤ ਜ਼ਿਆਦਾ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਡਾਕਟਰ ਨੇ ਉਸਦੀ ਗੱਲ ਨਹੀਂ ਮੰਨੀ। ਤਾਂ ਦੀਪਕ ਨੇ ਡਾਕਟਰ ਨੂੰ ਕਿਡਨੀ ਦੇ ਬਦਲੇ ਮਿਲਣੇ ਵਾਲੇ ਪੈਸਿਆਂ ਵਿੱਚ ਤੋਂ ਕੁਝ ਹਿੱਸਾ ਦੇਣੇ ਦੀ ਪੇਸ਼ਕਸ਼ ਕੀਤੀ। ਡਾਕਟਰ ਨੂੰ ਵੀ ਪਤਾ ਸੀ ਕਿ ਉਹ ਆਦਮੀ ਆਪਣੀ ਮਾਂ ਦੀ ਜਾਨ ਬਚਾਉਣੇ ਦੇ ਲਈ ਡੋਨਰ ਨੂੰ ਮੂੰਹ ਮੰਗੀ ਕੀਮਤ ਦੇਣੇ ਦੇ ਲਈ ਤਿਆਰ ਹੈ। ਤਾਂ ਡਾਕਟਰ ਨੇ ਵੀ ਲਾਲਚ ਵਿੱਚ ਆ ਕੇ ਹਾਂ ਕਰ ਦਿੱਤੀ। ਉੱਧਰ ਕੋਮਲ ਜੀ ਆਪਣੀ ਬਿਮਾਰੀ ਦੇ ਕਾਰਨ ਪਹਿਲਾਂ ਹੀ ਬੇਸੁੱਧ ਜਿਹੀ ਰਹਿੰਦੀ ਸੀ। ਇਸ ਲਈ ਦੀਪਕ ਆਪਣੀ ਮਾਂ ਨੂੰ ਡਾਕਟਰ ਦੀ ਨਿਗਰਾਨੀ ਵਿੱਚ ਹਸਪਤਾਲ ਵਿੱਚ ਹੀ ਛੱਡ ਕੇ ਚਲਾ ਗਿਆ ਤਾਂ ਕਿ ਕਿਡਨੀ ਟ੍ਰਾਂਸਪਲਾਂਟ ਤੋਂ ਪਹਿਲਾਂ ਜੋ ਵੀ ਚੈੱਕਅਪ ਉਹ ਕਰਨਾ ਚਾਹੁੰਦੇ ਹਨ ਆਸਾਨੀ ਨਾਲ ਕਰ ਲੈਣ। ਕਿਉਂਕਿ ਡਾਕਟਰ ਨੇ ਵੀ ਕਿਹਾ ਸੀ ਕਿ ਅਸੀਂ ਇਵੇਂ ਹੀ ਕਿਸੇ ਦੀ ਕਿਡਨੀ ਨਿਕਾਲ ਕੇ ਕਿਸੇ ਦੂਸਰੇ ਵਿੱਚ ਟ੍ਰਾਂਸਪਲਾਂਟ ਨਹੀਂ ਕਰ ਸਕਦੇ। ਉਸਦੇ ਲਈ ਬਹੁਤ ਸਾਰੇ ਚੈੱਕਅਪ ਕਰਨੇ ਹੁੰਦੇ ਹਨ ਅਤੇ ਜਦ ਸਾਰੀ ਰਿਪੋਰਟ ਦੇਖ ਲਈ ਜਾਵੇਗੀ ਉਦੋਂ ਪਤਾ ਚੱਲ ਪਾਵੇਗਾ ਕਿ ਉਹ ਸਹੀ ਡੋਨਰ ਹੈ ਵੀ ਜਾਂ ਨਹੀਂ। ਇਸ ਲਈ ਦੀਪਕ ਆਪਣੀ ਮਾਂ ਨੂੰ ਉੱਥੇ ਹੀ ਹਸਪਤਾਲ ਵਿੱਚ ਛੱਡ ਕੇ ਚਲਾ ਗਿਆ ਅਤੇ ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਸੀਮਾ ਉਸ ਤੋਂ ਮਾਂ ਜੀ ਦੇ ਬਾਰੇ ਵਿੱਚ ਪੁੱਛਣ ਲੱਗੀ। ਪਰੰਤੂ ਸੀਮਾ ਨੇ ਦੇਖਿਆ ਕਿ ਉਸਦਾ ਪਤੀ ਦੀਪਕ ਉਸ ਤੋਂ ਨਜ਼ਰਾਂ ਚੁਰਾ ਰਿਹਾ ਸੀ। ਕਾਫੀ ਦੇਰ ਤਾਂ ਉਹ ਚੁੱਪ ਰਿਹਾ, ਪਰੰਤੂ ਜਦ ਸੀਮਾ ਨੇ ਕਾਫੀ ਵਾਰ ਪੁੱਛਿਆ ਤਾਂ ਉਸਨੇ ਕਿਹਾ ਕਿ ਜਦ ਮੈਂ ਮਾਂ ਜੀ ਨੂੰ ਦਵਾਈ ਦਿਲਵਾ ਕੇ ਆ ਰਿਹਾ ਸੀ ਤਾਂ ਮਾਂ ਜੀ ਅਚਾਨਕ ਸੜਕ ਦੀ ਦੂਸਰੀ ਤਰਫ ਚਲੀ ਗਈ। ਜਦ ਮੈਂ ਉਹਨਾਂ ਦੇ ਪਿੱਛੇ ਜਾਣ ਲੱਗਾ ਤਾਂ ਸੜਕ ਪਰ ਗੱਡੀਆਂ ਆ ਗਈ ਅਤੇ ਨਾ ਜਾਣੇ ਮਾਂ ਜੀ ਕਿੱਥੇ ਚਲੀ ਗਈ। ਸੀਮਾ ਨੂੰ ਇਹ ਸੁਣ ਕੇ ਬਹੁਤ ਅਜੀਬ ਲੱਗਾ। ਉਹ ਬੋਲੀ, ਕਮਾਲ ਹੈ, ਤੁਹਾਡੀ ਮੌਜੂਦਗੀ ਵਿੱਚ ਮਾਂ ਅਚਾਨਕ ਕਿਤੇ ਚਲੀ ਗਈ ਅਤੇ ਤੁਸੀਂ ਇੱਥੇ ਆਰਾਮ ਨਾਲ ਬੈਠੇ ਹੋਏ ਹੋ। ਤਾਂ ਦੀਪਕ ਬੋਲਿਆ, ਤਾਂ ਮੈਂ ਕਿਆ ਕਰਦਾ, ਤੈਨੂੰ ਵੀ ਪਤਾ ਹੈ ਕਿ 24 ਘੰਟੇ ਤੋਂ ਪਹਿਲਾਂ ਕੋਈ ਵੀ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕਰਦਾ। ਐਸੇ ਵਿੱਚ ਮੈਂ ਕਿਆ ਕਰਦਾ। ਮੈਂ ਉਹਨਾਂ ਨੂੰ ਕਾਫੀ ਲੱਭਿਆ ਪਰ ਉਹ ਨਹੀਂ ਮਿਲੀ। ਹੁਣ ਤੂੰ ਹੀ ਦੱਸ ਮੈਂ ਕਿਆ ਕਰਦਾ। ਸੀਮਾ ਉਸ ਸਮੇਂ ਚੁੱਪ ਹੋ ਗਈ, ਪਰੰਤੂ ਇਹ ਗੱਲ ਉਹ ਮੰਨਣੇ ਨੂੰ ਤਿਆਰ ਹੀ ਨਹੀਂ ਸੀ ਕਿ ਮਾਂ ਜੀ ਆਪਣੇ ਆਪ ਕਿਤੇ ਚਲੀ ਗਈ। ਇਸ ਲਈ ਉਹ ਖੁਦ ਹੀ ਆਪਣੀ ਸੱਸ ਨੂੰ ਲੱਭਣੇ ਦੇ ਲਈ ਨਿਕਲ ਪਈ। ਪਰੰਤੂ ਲੱਭਦੇ ਲੱਭਦੇ ਰਾਤ ਹੋ ਗਈ ਅਤੇ ਕੋਮਲ ਜੀ ਦਾ ਕੋਈ ਅਤਾ ਪਤਾ ਨਹੀਂ ਸੀ। ਹੁਣ ਸੀਮਾ 24 ਘੰਟੇ ਬੀਤਣੇ ਦਾ ਇੰਤਜ਼ਾਰ ਕਰਨ ਲੱਗੀ, ਪਰ ਜਿਵੇਂ ਹੀ ਅਗਲੀ ਸਵੇਰ ਹੋਈ ਸੀਮਾ ਇਹ ਦੇਖ ਕੇ ਹੈਰਾਨ ਸੀ ਕਿ ਦੀਪਕ ਜਲਦੀ ਉੱਠ ਕੇ ਨਹਾ ਧੋ ਕੇ ਤਿਆਰ ਹੋ ਗਿਆ ਅਤੇ ਘਰ ਤੋਂ ਜਲਦਬਾਜ਼ੀ ਵਿੱਚ
ਨਿਕਲ ਗਿਆ। ਦੀਪਕ ਨੇ ਹਸਪਤਾਲ ਵਿੱਚ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਜਦ ਉਸ ਨੂੰ ਡਾਕਟਰ ਨੇ ਦੱਸਿਆ ਕਿ ਕੋਮਲ ਜੀ ਉਸ ਵਿਅਕਤੀ ਦੀ ਮਾਂ ਦੇ ਲਈ ਇੱਕ ਪਰਫੈਕਟ ਡੋਨਰ ਹੈ, ਉਸ ਨੂੰ ਇਹੋ ਜਿਹਾ ਲੱਗਾ ਜਿਵੇਂ ਉਸਦੀ ਤਾਂ ਲਾਟਰੀ ਲੱਗ ਗਈ ਹੋ। ਉਸਦੀ ਅੱਖਾਂ ਵਿੱਚ ਢੇਰ ਸਾਰੇ ਪੈਸਿਆਂ ਦੀ ਤਸਵੀਰ ਨੱਚਣ ਲੱਗੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਹ ਆਦਮੀ ਕਿਡਨੀ ਦੇ ਲਈ 70 ਲੱਖ ਰੁਪਏ ਦੇਣੇ ਨੂੰ ਤਿਆਰ ਹੈ। ਤਾਂ ਦੀਪਕ ਨੂੰ ਇਹ ਸੁਣ ਕੇ ਹੋਰ ਵੀ ਲਾਲਚ ਆ ਗਿਆ। ਉਸਨੇ ਡਾਕਟਰ ਦੇ ਸਾਹਮਣੇ ਇੱਕ ਗੱਲ ਪੂਰੀ ਤਰ੍ਹਾਂ ਨਾਲ ਸਪਸ਼ਟ ਕਰ ਦਿੱਤੀ ਕਿ ਉਹ ਆਪਣੀ ਮਾਂ ਦੀ ਜਾਨ ਨੂੰ ਸਿਰਫ ਕੁਝ ਲੱਖ ਰੁਪਏ ਦੇ ਲਈ ਤਾਂ ਦਾਅ ਪਰ ਨਹੀਂ ਲਗਾ ਸਕਦਾ। ਆਖਿਰ ਮਾਂ ਦੇ ਪਿਆਰ ਨੂੰ ਕੋਈ ਇੰਨੀ ਘੱਟ ਕੀਮਤ ਵਿੱਚ ਕਿਵੇਂ ਆਂਕ ਸਕਦਾ ਹੈ। ਦੀਪਕ ਨੇ ਸੋਚਿਆ, ਪੂਰੀ ਉਮਰ ਦੇ ਲਈ ਪੈਸਾ ਇਕੱਠਾ ਕਰਨੇ ਦਾ ਇਸ ਤੋਂ ਚੰਗਾ ਮੌਕਾ ਫਿਰ ਕਿਤੇ ਨਹੀਂ ਮਿਲੇਗਾ। ਇਸ ਲਈ ਉਸ ਨੇ ਲਾਲਚ ਦੇ ਵਸ਼ ਵਿੱਚ ਆ ਕੇ ਆਪਣੀ ਮਾਂ ਦੀ ਕਿਡਨੀ ਦੇ ਲਈ ਪੂਰੇ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਮਨ ਵਿੱਚ ਸੋਚਣ ਲੱਗਾ ਕਿ ਬਸ ਮੈਨੂੰ 1 ਕਰੋੜ ਰੁਪਏ ਮਿਲ ਜਾਣ, ਫਿਰ ਹੀ ਲੋਕ ਚਾਹੇ ਮਾਂ ਦੀ ਕਿਡਨੀ ਕੱਢਣ ਜਾਂ ਅੱਖਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਸ ਅਮੀਰ ਵਿਅਕਤੀ ਨੇ 1 ਕਰੋੜ ਦੇਣੇ ਦੇ ਲਈ ਵੀ ਹਾਂ ਕਰ ਦਿੱਤੀ। ਉੱਧਰ ਸੀਮਾ ਦੇ ਸ਼ੱਕ ਦੀ ਸੂਈ ਲਗਾਤਾਰ ਉਸਦੇ ਪਤੀ ਦੀਪਕ ਦੀ ਤਰਫ ਹੀ ਜਾ ਰਹੀ ਸੀ, ਕਿਉਂਕਿ ਦੀਪਕ ਸਵੇਰੇ ਸਵੇਰੇ ਇੰਨੀ ਜਲਦਬਾਜ਼ੀ ਵਿੱਚ ਨਿਕਲਿਆ ਸੀ। ਉਹ ਜਾਣਦੀ ਸੀ ਕਿ ਇਹ ਕੋਈ ਆਮ ਘਟਨਾ ਨਹੀਂ ਹੈ, ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਰਾਜ ਹੈ। ਆਪਣੇ ਪਤੀ ਦੇ ਜਾਣੇ ਦੇ ਤੁਰੰਤ ਬਾਅਦ ਹੀ ਉਹ ਆਪਣੀ ਸੱਸ ਦੀ ਫੋਟੋ ਨੂੰ ਲੈ ਕੇ ਪੁਲਿਸ ਸਟੇਸ਼ਨ ਵਿੱਚ ਚਲੀ ਗਈ ਅਤੇ ਉਹਨਾਂ ਨੂੰ ਉੱਥੇ ਜਾ ਕੇ ਸਾਰੀ ਗੱਲ ਦੱਸ ਦਿੱਤੀ। ਪਰੰਤੂ ਕਾਂਸਟੇਬਲ ਨੇ ਕਿਹਾ ਕਿ 24 ਘੰਟੇ ਤੋਂ ਪਹਿਲਾਂ ਕੁਝ ਨਹੀਂ ਕੀਤਾ ਜਾ ਸਕਦਾ। ਪਰ ਜਿਵੇਂ ਹੀ ਸੀਮਾ ਨੇ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ ਤਾਂ ਉਸ ਸਮੇਂ ਇੰਸਪੈਕਟਰ ਨੇ ਨੋਟਿਸ ਕੀਤਾ ਕਿ ਇਸ ਹਿਸਾਬ ਨਾਲ ਤਾਂ 24 ਘੰਟੇ ਹੋ ਚੁੱਕੇ ਹਨ। ਫਿਰ FIR ਦਰਜ ਕਰਵਾਉਣੇ ਦੇ ਬਾਅਦ ਉਹ ਪੁਲਿਸ ਨੂੰ ਲੈ ਕੇ ਹਸਪਤਾਲ ਦੇ ਲਈ ਨਿਕਲੀ, ਜਿੱਥੇ ਉਸਦੀ ਸੱਸ ਜਾਣੀ ਕੋਮਲ ਜੀ ਦਾ ਇਲਾਜ ਚੱਲ ਰਿਹਾ ਸੀ। ਉੱਧਰ ਦੀਪਕ ਤਾਂ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਚੁੱਕਾ ਸੀ। ਉਸਦੇ ਮਨ ਵਿੱਚ ਸਿਰਫ ਇਹੀ ਵਿਚਾਰ ਚੱਲ ਰਿਹਾ ਸੀ ਕਿ ਇੱਕ ਵਾਰ ਢੇਰ ਸਾਰਾ ਪੈਸਾ ਮਿਲ ਜਾਵੇ ਤਾਂ ਇੱਥੇ ਤੋਂ ਕਿਤੇ ਦੂਰ ਚਲਾ ਜਾਊਂਗਾ ਅਤੇ ਸੀਮਾ ਨੂੰ ਵੀ ਕੋਈ ਨਾ ਕੋਈ ਝੂਠ ਬੋਲ ਦੂੰਗਾ। ਕੋਮਲ ਜੀ ਕੱਲ੍ਹ ਤੋਂ ਹੀ ਨਸ਼ੇ ਦੀ ਹਾਲਤ ਵਿੱਚ ਸੀ, ਕਿਉਂਕਿ ਉਹਨਾਂ ਨੂੰ ਨਸ਼ੀਲਾ ਇੰਜੈਕਸ਼ਨ ਦੇ ਦਿੱਤਾ ਗਿਆ ਸੀ ਤਾਂ ਕਿ ਉਹ ਇਸ ਗੱਲ ਦਾ ਵਿਰੋਧ ਨਾ ਕਰੇ। ਹੁਣ ਉਹਨਾਂ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਜਾਇਆ ਜਾ ਰਿਹਾ ਸੀ ਕਿ ਜਦ ਹੀ ਹਸਪਤਾਲ ਵਿੱਚ ਸੀਮਾ ਕੁਝ ਪੁਲਿਸ ਵਾਲਿਆਂ ਦੇ ਨਾਲ ਪਹੁੰਚੀ ਅਤੇ ਫਿਰ ਉੱਥੇ ਗਈ ਜਿੱਥੇ ਉਸਦੀ ਸੱਸ ਦੀ ਦਵਾਈ ਮਿਲਦੀ ਸੀ। ਪਰ ਉੱਥੇ ਕੋਈ ਨਹੀਂ ਸੀ, ਡਾਕਟਰ ਵੀ ਛੁੱਟੀ ਪਰ ਸੀ। ਸੀਮਾ ਨੇ ਉੱਥੇ ਹੀ ਬੈਠੀ ਹੋਈ ਇੱਕ ਨਰਸ ਤੋਂ ਡਾਕਟਰ ਦੇ ਬਾਰੇ ਵਿੱਚ ਪਤਾ ਕੀਤਾ ਤਾਂ ਨਰਸ ਨੇ ਦੱਸਿਆ ਕਿ ਡਾਕਟਰ ਤਾਂ ਕਈ ਦਿਨਾਂ ਤੋਂ ਛੁੱਟੀ ਪਰ ਹੈ। ਫਿਰ ਸੀਮਾ ਨੇ ਆਪਣੀ ਸੱਸ ਦੀ ਫੋਟੋ ਦਿਖਾ ਕੇ ਨਰਸ ਤੋਂ ਉਹਨਾਂ ਦੇ ਬਾਰੇ ਵਿੱਚ ਪੁੱਛਿਆ ਤਾਂ ਨਰਸ ਬੋਲੀ, ਜੀ ਹਾਂ, ਇਹ ਔਰਤ ਤਾਂ ਕੱਲ੍ਹ ਇੱਥੇ ਦਵਾਈ ਲੈਣ ਦੇ ਲਈ ਆਈ ਸੀ। ਇਹਨਾਂ ਦੇ ਨਾਲ ਇੱਕ ਆਦਮੀ ਵੀ ਸੀ। ਉਹ ਕੁਝ ਦੇਰ ਇੱਥੇ ਰੁਕੇ ਸੀ, ਪਰੰਤੂ ਉਹ ਆਦਮੀ ਫਿਰ ਦੂਸਰੇ ਡਾਕਟਰ ਨਾਲ ਮਿਲਣ ਦੇ ਲਈ ਚਲਾ ਗਿਆ ਸੀ। ਪਰ ਉਸਦੇ ਬਾਅਦ ਮੈਨੂੰ ਨਹੀਂ ਪਤਾ ਕਿ ਉਹ ਆਦਮੀ ਅਤੇ ਔਰਤ ਕਿੱਥੇ ਗਏ, ਕਿਉਂਕਿ ਮੇਰੀ ਛੁੱਟੀ ਦਾ ਸਮੇਂ ਹੋ ਗਿਆ ਸੀ। ਮੇਰੀ ਜਗ੍ਹਾ ਜਿਸ ਨਰਸ ਦੀ ਡਿਊਟੀ ਸੀ, ਸ਼ਾਇਦ ਉਹ ਇਸ ਬਾਰੇ ਵਿੱਚ ਤੁਹਾਨੂੰ ਦੱਸ ਪਾਏ। ਸੀਮਾ ਨੇ ਦੂਸਰੇ ਡਾਕਟਰ ਦੇ ਬਾਰੇ ਵਿੱਚ ਪੁੱਛਿਆ ਅਤੇ ਉਹਨਾਂ ਨਾਲ ਮਿਲਣ ਗਈ। ਉੱਥੇ ਜਾ ਕੇ ਦੇਖਿਆ ਕਿ ਡਾਕਟਰ ਨਹੀਂ ਸੀ। ਰਿਸੈਪਸ਼ਨ ਪਰ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਡਾਕਟਰ ਤਾਂ ਕਿਡਨੀ ਟ੍ਰਾਂਸਪਲਾਂਟ ਕਰਨੇ ਦੇ ਲਈ ਆਪਣੀ ਟੀਮ ਦੇ ਨਾਲ ਆਪਰੇਸ਼ਨ ਥੀਏਟਰ ਵਿੱਚ ਗਏ ਹਨ।
ਸੀਮਾ ਨੂੰ ਕਿਸੇ ਅਣਹੋਣੀ ਦਾ ਅੰਦੇਸ਼ਾ ਤਾਂ ਪਹਿਲਾਂ ਹੀ ਸੀ। ਬਿਨਾਂ ਕੁਝ ਸੋਚੇ ਸਮਝੇ ਉਹ ਆਪਰੇਸ਼ਨ ਥੀਏਟਰ ਦੀ ਤਰਫ ਦੌੜ ਪਈ। ਉੱਥੇ ਪਹੁੰਚ ਕੇ ਦੇਖਿਆ ਕਿ ਬਾਹਰ ਕੁਰਸੀ ਪਰ ਇੱਕ ਆਦਮੀ ਬੈਠਾ ਹੋਇਆ ਸੀ, ਜੋ ਕਿ ਬਹੁਤ ਪਰੇਸ਼ਾਨ ਲੱਗ ਰਿਹਾ ਸੀ, ਅਤੇ ਉੱਥੇ ਹੀ ਬਾਹਰ ਇੱਕ ਹੋਰ ਨਰਸ ਖੜੀ ਸੀ। ਸੀਮਾ ਨੇ ਜਿਵੇਂ ਹੀ ਉਸ ਨਰਸ ਨੂੰ ਆਪਣੀ ਸੱਸ ਦੀ ਫੋਟੋ ਦਿਖਾਈ ਤਾਂ ਉਸ ਆਦਮੀ ਦੀ ਨਜ਼ਰ ਵੀ ਉਸ ਫੋਟੋ ਦੀ ਤਰਫ ਪਈ ਤਾਂ ਉਹ ਆਦਮੀ ਹੈਰਾਨ ਹੋ ਗਿਆ ਅਤੇ ਬੌਖਲਾ ਕੇ ਆਪਰੇਸ਼ਨ ਥੀਏਟਰ ਦੀ ਤਰਫ ਦੇਖਣ ਲੱਗਾ। ਦਰਅਸਲ ਉਹ ਆਦਮੀ ਉਸ ਔਰਤ ਦਾ ਛੋਟਾ ਪੁੱਤ ਸੀ, ਜਿਸ ਨੂੰ ਕੋਮਲ ਜੀ ਦੀ ਕਿਡਨੀ ਲਗਾਈ ਜਾਣੀ ਸੀ। ਸੀਮਾ ਦਾ ਸ਼ੱਕ ਹੁਣ ਹੋਰ ਵੀ ਪੱਕਾ ਹੋ ਚੁੱਕਾ ਸੀ। ਉਹ ਦੌੜਦੀ ਹੋਈ ਆਪਰੇਸ਼ਨ ਥੀਏਟਰ ਦੀ ਤਰਫ ਗਈ ਅਤੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸੀਮਾ ਦੇ ਪਿੱਛੇ ਪਿੱਛੇ ਪੁਲਿਸ ਵੀ ਉੱਥੇ ਤੱਕ ਪਹੁੰਚ ਚੁੱਕੀ ਸੀ। ਪੁਲਿਸ ਨੇ ਦਰਵਾਜ਼ਾ ਖੁਲਵਾਇਆ ਅਤੇ ਸੀਮਾ ਪੁਲਿਸ ਦੇ ਨਾਲ ਆਪਰੇਸ਼ਨ ਥੀਏਟਰ ਦੇ ਅੰਦਰ ਗਈ, ਪਰੰਤੂ ਜਦ ਉੱਥੇ ਜਾ ਕੇ ਦੇਖਿਆ ਤਾਂ ਉਸਦੀ ਅੱਖਾਂ ਫਟੀ ਦੀ ਫਟੀ ਰਹਿ ਗਈ। ਉਸਦੀ ਸੱਸ ਦੀ ਕਿਡਨੀ ਕੱਢਣੇ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਅਤੇ ਉਹ ਵਿਚਾਰੀ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਸੀ। ਉਹਨਾਂ ਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦਾ ਆਪਣਾ ਇਕਲੌਤਾ ਪੁੱਤ ਉਹਨਾਂ ਦੇ ਨਾਲ ਅੱਜ ਕਿਆ ਕਰਨੇ ਵਾਲਾ ਸੀ। ਜਦੀ ਮੋਢੇ ਪਰ ਬੈਗ ਲਟਕਾਏ ਦੀਪਕ ਬਾਹਰ ਤੋਂ ਆ ਰਿਹਾ ਸੀ, ਜਿਸ ਦੇ ਨਾਲ ਉਹ ਅਮੀਰ ਆਦਮੀ ਵੀ ਸੀ। ਦੀਪਕ ਨੇ ਜਿਵੇਂ ਹੀ ਉੱਥੇ ਸੀਮਾ ਨੂੰ ਪੁਲਿਸ ਦੇ ਨਾਲ ਦੇਖਿਆ ਤਾਂ ਉਹ ਘਬਰਾ ਗਿਆ ਅਤੇ ਚਲਾਕੀ ਦਿਖਾਉਂਦੇ ਹੋਏ ਉੱਥੇ ਤੋਂ ਭੱਜਣ ਲੱਗਾ, ਪਰ ਹੁਣ ਉਸਦੀ ਹੋਰ ਚਲਾਕੀਆਂ ਨਹੀਂ ਚੱਲਣ ਵਾਲੀ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਉੱਥੇ ਹੀ ਦਬੋਚ ਲਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਨਾਲ ਹੀ ਆਪਰੇਸ਼ਨ ਕਰਨੇ ਵਾਲੇ ਡਾਕਟਰ ਅਤੇ ਉਸ ਅਮੀਰ ਵਿਅਕਤੀ ਨੂੰ ਵੀ ਆਪਣੇ ਨਾਲ ਲੈ ਗਏ, ਜਿਸ ਨੇ ਦੀਪਕ ਨੂੰ ਇੰਨੇ ਪੈਸੇ ਦੇ ਕੇ ਉਸਦੀ ਮਾਂ ਦੀ ਕਿਡਨੀ ਖਰੀਦੀ ਸੀ। ਥਾਣੇ ਵਿੱਚ ਲੈ ਜਾ ਕੇ ਜਦ ਦੀਪਕ ਦੀ ਚੰਗੀ ਤਰ੍ਹਾਂ ਨਾਲ ਮੁਰੰਮਤ ਕੀਤੀ ਗਈ ਤਾਂ ਉਸਨੇ ਸਭ ਕੁਝ ਸੱਚ-ਸੱਚ ਉਗਲ ਦਿੱਤਾ ਕਿ ਕਿਵੇਂ ਉਸ ਲਾਲਚੀ ਇਨਸਾਨ ਨੇ ਸਿਰਫ ਅਤੇ ਸਿਰਫ ਪੈਸੇ ਦੇ ਖਾਤਰ ਆਪਣੀ ਜਨਮ ਦੇਣੇ ਵਾਲੀ ਮਾਂ ਤੱਕ ਦਾ ਵੀ ਸੌਦਾ ਕਰ ਦਿੱਤਾ ਸੀ। ਪੁੱਛਤਾਛ ਦੇ ਬਾਅਦ ਇਹ ਪਤਾ ਚੱਲਿਆ ਕਿ ਉਸ ਅਮੀਰ ਵਿਅਕਤੀ ਦਾ ਉਸ ਮਾਮਲੇ ਵਿੱਚ ਕੋਈ ਦੋਸ਼ ਨਹੀਂ ਸੀ, ਕਿਉਂਕਿ ਉਸ ਨੂੰ ਤਾਂ ਇਹ ਤੱਕ ਪਤਾ ਨਹੀਂ ਸੀ ਕਿ ਇਸ ਵਿਸ਼ੇ ਵਿੱਚ ਡੋਨਰ ਦੀ ਆਪਣੀ ਰਜ਼ਾਮੰਦੀ ਨਹੀਂ ਹੈ, ਕਿਉਂਕਿ ਡਾਕਟਰ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਸੀ। ਉੱਧਰ ਸੀਮਾ ਆਪਣੀ ਸੱਸ ਨੂੰ ਉੱਥੇ ਤੋਂ ਬਾਹਰ ਲੈ ਕੇ ਆਈ ਅਤੇ ਉਹਨਾਂ ਦੇ ਹੋਸ਼ ਵਿੱਚ ਆਉਣੇ ਦਾ ਇੰਤਜ਼ਾਰ ਕਰਨ ਲੱਗੀ। ਜਿਵੇਂ ਹੀ ਕੋਮਲ ਜੀ ਨੂੰ ਹੋਸ਼ ਆਇਆ ਤਾਂ ਸੀਮਾ ਉਹਨਾਂ ਦੇ ਗਲੇ ਲੱਗ ਕੇ ਰੋਣ ਲੱਗੀ। ਕੋਮਲ ਜੀ ਹੁਣੇ ਤੱਕ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਈ ਸੀ, ਪਰ ਉਹ ਇੰਨਾ ਸਮਝ ਪਾ ਰਹੀ ਸੀ ਕਿ ਉਹਨਾਂ ਦੀ ਨੂੰਹ ਬਹੁਤ ਦੁਖੀ ਹੈ ਅਤੇ ਉਸ ਨੂੰ ਚੁੱਪ ਕਰਾਉਂਦੇ ਹੋਏ ਕਹਿਣ ਲੱਗੀ, ਬੇਟੀ ਚੁੱਪ ਹੋ ਜਾ, ਸਭ ਠੀਕ ਹੋ ਜਾਵੇਗਾ, ਪਰਮਾਤਮਾ ਸਭ ਠੀਕ ਕਰੇਗਾ। ਸੀਮਾ ਆਪਣੀ ਸੱਸ ਨੂੰ ਲੈ ਕੇ ਆਪਣੇ ਘਰ ਵਾਪਿਸ ਚਲੀ ਆਈ ਅਤੇ ਉਹਨਾਂ ਦਾ ਚੰਗੇ ਤਰੀਕੇ ਨਾਲ ਖਿਆਲ ਰੱਖਣ ਲੱਗੀ। ਹੁਣ ਉਹਨਾਂ ਦੀ ਹਾਲਤ ਕੁਝ ਸੁਧਰ ਚੁੱਕੀ ਸੀ, ਪਰੰਤੂ ਰਹਿ ਰਹਿ ਕੇ ਉਹਨਾਂ ਦੇ ਮਨ ਵਿੱਚ ਇੱਕ ਹੀ ਖਿਆਲ ਆ ਰਿਹਾ ਸੀ ਕਿ ਉਹਨਾਂ ਦਾ ਬੇਟਾ ਦੀਪਕ ਕਿੱਥੇ ਹੈ। ਜਦ ਕੋਮਲ ਜੀ ਨੇ ਆਪਣੇ ਬੇਟੇ ਦੇ ਬਾਰੇ ਵਿੱਚ ਪੁੱਛਿਆ ਤਾਂ ਸੀਮਾ ਹੁਣ ਉਹਨਾਂ ਤੋਂ ਉਹ ਸਭ ਗੱਲਾਂ ਲੁਕਾ ਨਹੀਂ ਪਾਈ। ਹਸਪਤਾਲ ਵਿੱਚ ਹੋਈ ਸਾਰੀ ਘਟਨਾ ਉਹਨਾਂ ਨੂੰ ਦੱਸ ਦਿੱਤੀ। ਕੋਮਲ ਜੀ ਇਹ ਸਭ ਗੱਲਾਂ ਜਾਣ ਕੇ ਬਹੁਤ ਹੈਰਾਨ ਰਹਿ ਗਈ ਅਤੇ ਸੋਚਣ ਲੱਗੀ, ਕਿਆ ਕਮੀ ਸੀ ਉਹਨਾਂ ਦੀ ਪਰਵਰਿਸ਼ ਵਿੱਚ ਜੋ ਉਹਨਾਂ ਦਾ ਬੇਟਾ ਇਸ ਰਸਤੇ ਪਰ ਚੱਲ ਪਿਆ। ਪਰੰਤੂ ਫਿਰ ਦੂਸਰੀ ਤਰਫ ਆਪਣੀ ਨੂੰਹ ਨੂੰ ਦੇਖਦੀ ਉਹਨਾਂ ਦੇ ਮਨ ਵਿੱਚ ਕੁਝ ਤਸੱਲੀ ਵੀ ਰਹਿੰਦੀ। ਦੀਪਕ ਨੂੰ 3 ਸਾਲ ਕੈਦ ਦੀ ਸਜ਼ਾ ਮਿਲੀ ਅਤੇ ਡਾਕਟਰ ਨੂੰ ਜੁਰਮਾਨੇ ਦੇ ਨਾਲ ਨਾਲ
ਸਸਪੈਂਡ ਵੀ ਕਰ ਦਿੱਤਾ ਗਿਆ। ਟਾਈਮ ਬੀਤਣੇ ਦੇ ਨਾਲ ਨਾਲ ਸ਼ਾਂਤ ਅਤੇ ਸੁਖਦ ਮਾਹੌਲ ਮਿਲਣੇ ਦੇ ਕਾਰਨ ਕੋਮਲ ਜੀ ਦੀ ਸਿਹਤ ਵਿੱਚ ਵੀ ਸੁਧਾਰ ਹੋਣ ਲੱਗਾ। ਉਹ ਹੌਲੀ ਹੌਲੀ ਠੀਕ ਹੋਣ ਲੱਗੀ ਸੀ। ਉਧਰ ਸੀਮਾ ਨੇ ਘਰ ਵਿੱਚ ਰਹਿੰਦੇ ਹੋਏ ਹੀ ਆਨਲਾਈਨ ਜੋਬ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਘਰ ਦਾ ਖਰਚਾ ਕੱਢ ਸਕੇ, ਕਿਉਂਕਿ ਉਹ ਆਪਣੀ ਸੱਸ ਨੂੰ ਇਸ ਹਾਲਤ ਵਿੱਚ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਦੇਖਦੇ ਹੀ ਦੇਖਦੇ ਹੁਣ ਕੋਮਲ ਜੀ ਬਿਲਕੁਲ ਠੀਕ ਹੋ ਗਈ ਸੀ। 3 ਸਾਲ ਬੀਤਣੇ ਦੇ ਬਾਅਦ ਜਦ ਦੀਪਕ ਘਰ ਵਾਪਿਸ ਆਇਆ ਤਾਂ ਉਹ ਪਹਿਲਾਂ ਜੈਸਾ ਦੀਪਕ ਨਹੀਂ ਸੀ। ਉਸ ਵਿੱਚ ਬਹੁਤ ਸਾਰੇ ਬਦਲਾਵ ਆ ਚੁੱਕੇ ਸੀ। ਉਸਦੇ ਚਿਹਰੇ ਪਰ ਸ਼ਰਮਿੰਦਗੀ ਦੇ ਭਾਵ ਸੀ ਅਤੇ ਦਿਲ ਵਿੱਚ ਆਪਣੀ ਮਾਂ ਅਤੇ ਪਤਨੀ ਦੇ ਪ੍ਰਤੀ ਇੱਜ਼ਤ। ਦੀਪਕ ਦੇ ਮਨ ਤੋਂ ਹੁਣ ਪੈਸਾ ਪਾਉਣੇ ਦਾ ਲਾਲਚ ਖਤਮ ਹੋ ਚੁੱਕਾ ਸੀ। ਹੁਣ ਉਹ ਲੋਕ ਸੁੱਖ ਨਾਲ ਰਹਿ ਰਹੇ ਸੀ। ਪੈਸੇ ਘੱਟ ਸੀ, ਪਰ ਸਕੂਨ ਅਤੇ ਸ਼ਾਂਤੀ ਇੰਨੀ ਸੀ ਜਿੰਨੀ ਅੱਜ ਤੱਕ ਉਸ ਘਰ ਵਿੱਚ ਕਦੀ ਨਹੀਂ ਰਹੀ ਹੋਗੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।